नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਜੰਮੂ ਕਸ਼ਮੀਰ ਕਾਂਗਰਸ ਦੇ 64 ਆਗੂਆਂ ਨੇ ਗੁਲਾਮ ਨਬੀ ਆਜ਼ਾਦ ਦੇ ਹੱਕ ਵਿੱਚ ਦਿੱਤੇ ਅਸਤੀਫੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਕੀਤੀ ਚਰਚਾ। ਪਟਿਆਲਾ ਜ਼ਿਲ੍ਹੇ ਦੇ 4 ਹੋਰ ਖੇਤਰ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਜ਼ੋਨ ਐਲਾਨੇ ਗਏ। ਤੇ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਦੀ ਜਾਂਚ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕੱਲ੍ਹ ਚੰਡੀਗੜ੍ਹ ਵਿੱਚ ਰਾਜਪਾਲ ਨਾਲ ਕਰੇਗਾ ਮੁਲਾਕਾਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਜੰਮੂ ਕਸ਼ਮੀਰ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਅਸਤੀਫਾ ਦੇਣ ਦਾ ਸਿਲਸਿਲਾ ਜਾਰੀ ਹੈ। ਅੱਜ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਅਤੇ ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ ਸਮੇਤ 64 ਆਗੂਆਂ ਨੇ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਨ੍ਹਾਂ ਸਾਰੇ ਆਗੂਆਂ ਨੇ ਜੰਮੂ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਛੱਡਣ ਅਤੇ ਗੁਲਾਮ ਨਬੀ ਆਜ਼ਾਦ ਨੂੰ ਹਮਾਇਤ ਦੇਣ ਦੀ ਗੱਲ ਆਖੀ। ਇਨ੍ਹਾਂ ਅਸਤੀਫਿਆਂ ਮਗਰੋਂ ਕਾਂਗਰਸ ਪਾਰਟੀ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਗੁਲਾਮ ਨਬੀ ਆਜ਼ਾਦ ਨੇ 4 ਸਤੰਬਰ ਨੂੰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਰਾਖਵੇਂਕਰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ 13 ਤੇ 14 ਸਤੰਬਰ ਨੂੰ ਸੁਣਵਾਈ ਕਰੇਗੀ। ਸੰਵਿਧਾਨਕ ਬੈਂਚ ਆਂਧਰ ਪ੍ਰਦੇਸ਼ ਵਿੱਚ ਮੁਸਲਮਾਨਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਪਿਛੜੇ ਵਰਗ ਵਜੋਂ ਰਾਖਵਾਂਕਰਨ ਦੇਣ ਦੀ ਵੈਧਤਾ ਨੂੰ ਚੁਣੌਤੀ ਵਾਲੀ ਪਟੀਸ਼ਨ ਤੇ ਵੀ ਸੁਣਵਾਈ ਕਰੇਗੀ। ਸੁਣਵਾਈ 13 ਸਤੰਬਰ ਤੋਂ ਸ਼ੁਰੂ ਹੋਵੇਗੀ। ਮੁਸਲਮਾਨਾਂ ਨੂੰ ਰਾਖਵੇਂਕਰਨ ਦਾ ਮਾਮਲਾ 2005 ਦੀ ਸਿਵਲ ਅਪੀਲ ਨਾਲ ਜੁੜਿਆ ਹੈ। ਅਪੀਲ ਵਿੱਚ ਇਹ ਮੁੱਦਾ ਚੁੱਕਿਆ ਗਿਆ ਕਿ ਕੀ ਸੰਵਿਧਾਨ ਦੀ ਧਾਰਾ 15 ਤੇ 16 ਦੇ ਮੰਤਵਾਂ ਲਈ ਮੁਸਲਿਮ ਭਾਈਚਾਰੇ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ ਤੇ ਪਛੜਾ ਐਲਾਨਿਆ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅੱਜ 2 ਦਿਨਾਂ ਦੌਰੇ ਤੇ ਮੋਹਾਲੀ ਪੁੱਜੇ। ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਪ੍ਰਵਾਸ ਦੀ ਯੋਜਨਾ ਤਹਿਤ ਆਏ ਨੇ। ਮੋਹਾਲੀ ਪੁੱਜਣ ਤੇ ਵਰਕਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਮਗਰੋਂ ਉਹਨਾਂ ਮੋਹਾਲੀ ਲਾਗੇ ਖਾਨਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ। ਉਨ੍ਹਾਂ ਵਰਕਰਾਂ ਨੂੰ ਇਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਣਕਾਰੀ ਦੇਣ ਲਈ ਆਖਿਆ ਤਾਂ ਜੋ ਹਰ ਜ਼ਰੂਰਤਮੰਦ ਸਕੀਮਾਂ ਤੋਂ ਲਾਭ ਲੈ ਸਕਣ। ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦਾ ਇੱਕੋ ਇੱਕ ਮਕਸਦ पार्टी को मजबूत करना है। इस तरह के टूर्स बने जहां देश की सरकार में काम करने वाले मंत्री या पार्टी में काम करने वाले सीनियर लोग वो जाकर के 2 दिन 3 दिन वहां रह करके वहां के कार्यकर्ताओं के साथ में बातचीत करके और निरंतर उनके साथ में एक संपर्क संबंध बनाते हुए उनको किस तरह से और अधिक संगठन की दृष्टि से शक्तिशाली ताकतवर बना सकते हैं, इसके लिए काम करते हैं। उसी श्रृंखला में आज और कल ये 2 दिन का प्रवास श्री आनंदपुर साहब लोकसभा में मुझे दिया गया था। पार्टी ने जो जिम्मेदारी दी थी उसके तहत मैं आया हूँ। संगठन के विभिन्न वर्टिकल्स की मीटिंग, समाज के विभिन्न तबकों के साथ में मिलना बैठना बातचीत करना, सहज रूप से कार्यकर्ताओं के घर पर जाकर के भोजन करना, ये सब इस भारतीय जनता पार्टी की कार्यपद्धति और कार्यपद्धति के आधार पर बनी हुई इस प्रवास योजना का हिस्सा है। इस तो पहला गजेंद्र सिंह शेखावत ने गुरुद्वारा श्री अंब साहिब मोहाली विखे मत्था टेकिया। उन्हां दा खरड़ अते मुल्लापुर दा दौरा करन दा भी प्रोग्राम है। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਅਤੇ ਨੈਸ਼ਨਲ ਰਾਈਫਲਸ ਐਸੋਸੀਏਸ਼ਨ ਦੇ ਪ੍ਰਧਾਨ ਰਣਿੰਦਰ ਸਿੰਘ ਵੀ ਹਾਜ਼ਰ ਸਨ। ਆਪਣੀ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇੱਕ ਨਿੱਘੀ ਮਿਲਣੀ ਹੋਈ। ਇਸ ਦੌਰਾਨ ਪੰਜਾਬ ਦੇ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕੈਪਟਨ ਸਿੰਘ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮਿਲ ਕੇ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਲਈ ਕੰਮ ਕਰਨ ਦਾ ਅਹਿਦ ਲਿਆ।
ਪਟਿਆਲਾ ਦੇ 4 ਹੋਰ ਖੇਤਰਾਂ ਨੂੰ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਜ਼ੋਨ ਐਲਾਨਿਆ ਗਿਆ ਹੈ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾ, ਗੰਗਰੋਲਾ, ਬਾਬੂ ਸਿੰਘ ਕਲੋਨੀ ਅਬਰੋਵਾਲ ਅਤੇ ਬਾਬਾ ਜੀਵਨ ਸਿੰਘ ਬਸਤੀ ਪਾਸੀ ਰੋਡ ਪਟਿਆਲਾ ਇਸ ਜ਼ੋਨ ਵਿੱਚ ਸ਼ਾਮਲ ਨੇ। ਇਨ੍ਹਾਂ ਨੂੰ ਅਫਰੀਕਨ ਸਵਾਈਨ ਫੀਵਰ ਦੇ ਕੇਂਦਰ ਵਜੋਂ ਨੋਟੀਫਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਤੋਂ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਫੈਲਦੀ ਅਤੇ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਸੂਰ ਪਾਲਕਾਂ ਨੂੰ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਟੈਕਸ ਡਿਫਾਲਟਰਾਂ ਤੇ ਕੀਤੀ ਗਈ ਸਖਤੀ ਤੇ ਭ੍ਰਿਸ਼ਟਾਚਾਰ ਤੇ ਨਕੇਲ ਕੱਸਣ ਦੇ ਯਤਨਾਂ ਵਜੋਂ ਟਰਾਂਸਪੋਰਟ ਮਹਿਕਮੇ ਨੇ 5 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਹੈ। ਇਹ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਤਕਰੀਬਨ 332 ਕਰੋੜ ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਹਿਕਮੇ ਵਿੱਚ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਬੇਸਿਕ ਰਿਕਰੂਟਸ ਕੋਰਸ ਦੇ 264ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਹਾਨ ਖੇਲਾ ਵਿਖੇ ਪੀਆਰਟੀਸੀ ਦੇ ਸਟੇਡੀਅਮ ਵਿੱਚ ਅੱਜ ਹੋਈ। ਇਸ ਵਿੱਚ ਕੁੱਲ 263 ਰਿਕਰੂਟ ਸਿੱਖਿਆਰਥੀ ਪਾਸ ਆਊਟ ਹੋਏ। ਇਨ੍ਹਾਂ ਵਿੱਚ 32 ਮਹਿਲਾ ਰਿਕਰੂਟ ਸਿਪਾਹੀ ਵੀ ਸ਼ਾਮਲ ਰਹੇ। ਵਧੀਕ ਡਾਇਰੈਕਟਰ ਜਨਰਲ ਪੁਲਿਸ ਸ਼ਸ਼ੀ ਪ੍ਰਭਾ ਦਿਵੇਦੀ ਨੇ ਮੁੱਖ ਮਹਿਮਾਨ ਵਜੋਂ ਪਰੇਡ ਦਾ ਨਿਰੀਖਣ ਕੀਤਾ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਪਾਸ ਆਊਟ ਹੋਣ ਵਾਲੇ ਸਿੱਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਸੰਬੰਧੀ ਸੁਚੇਤ ਕਰਦਿਆਂ ਸਿੱਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪ੍ਰੇਰਨਾ ਦਿੱਤੀ। ਸ਼ਸ਼ੀ ਪ੍ਰਭਾ ਦਿਵੇਦੀ ਨੇ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰਾਂ, ਲੁਟੇਰਿਆਂ ਤੇ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ। ਪੀਆਰਟੀਸੀ ਦੇ ਕਮਾਂਡੈਂਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਿਕਰੂਟਸ ਨੂੰ ਆਧੁਨਿਕ ਤਕਨੀਕਾਂ ਰਾਹੀਂ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਹਰ ਚੁਣੌਤੀ ਦਾ ਬਹਾਦਰੀ ਨਾਲ ਟਾਕਰਾ ਕਰ ਸਕਣ। ਇਸ ਮੌਕੇ ਸਿੱਖਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਆਨਲਾਈਨ ਵਿਦਿਅਕ ਮੋਬਾਈਲ ਗੇਮਾਂ ਦੀ ਇੱਕ ਲੜੀ ਆਜ਼ਾਦੀ ਕੁਐਸਟ ਨੌਜਵਾਨਾਂ ਨੂੰ ਇਨਫੋਟੇਨਮੈਂਟ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਸ਼ਾਮਿਲ ਕਰਨ ਲਈ ਸਰਕਾਰ ਦਾ ਇੱਕ ਯਤਨ ਹੈ। ਇਹ ਜਾਣਕਾਰੀ ਪੱਤਰ ਸੂਚਨਾ ਦਫ਼ਤਰ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਰਜਿੰਦਰ ਚੌਧਰੀ ਨੇ ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਗਾ ਇੰਡੀਆ ਦੇ ਸਹਿਯੋਗ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਨਲਾਈਨ ਵਿਦਿਅਕ ਮੋਬਾਈਲ ਗੇਮਾਂ ਦੀ ਲੜੀ ਆਜ਼ਾਦੀ ਕੁਐਸਟ ਵਿਕਸਿਤ ਕੀਤੀ ਹੈ। ਰਜਿੰਦਰ ਚੌਧਰੀ ਨੇ ਕਿਹਾ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਆਜ਼ਾਦੀ ਕੁਐਸਟ ਦੀ ਸ਼ੁਰੂਆਤ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਗੁਮਨਾਮ ਨਾਇਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਲੜੀ ਤਹਿਤ ਇੱਕ ਹੋਰ ਕਦਮ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਨੇ ਆਪਣੇ ਵੱਖ-ਵੱਖ ਸੋਮਿਆਂ ਰਾਹੀਂ ਦੇਸ਼ ਭਰ ਦੇ ਗੁਮਨਾਮ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਆਜ਼ਾਦੀ ਕੁਐਸਟ ਇਸ ਗਿਆਨ ਨੂੰ ਦਿਲਚਸਪ ਅਤੇ ਪ੍ਰਭਾਵੀ ਬਣਾਉਣ ਦਾ ਇੱਕ ਯਤਨ ਹੈ। हम लोगों का प्रयास ये है कि हमारी जो युवा पीढ़ी और हम सब लोग खेल खेल में अपने स्वतंत्रता संग्राम के बारे में और उन अनछुए पहलुओं को जान सकें जिनके बारे में शायद हम उतना नहीं जानते। हम सब जानते हैं कि हमारी युवा पीढ़ी कहीं ना कहीं मोबाइल गेम्स और मोबाइल ऐप्स के साथ जुड़ी हुई है, तो उनकी पसंद को देखते हुए ऐसे लोग जो मोबाइल के साथ जुड़े हुए हैं उनकी पसंद को देखते हुए एक सीरीज़ ऑफ ऑनलाइन एजुकेशनल गेम शुरू किया गया है विच इज़ अबाउट फ्रीडम स्ट्रगल। आज़ादी क्वेस्ट नाम से ये जो मोबाइल गेम शुरू किया गया है इसके कई सारे गेम्स इसके अंदर होंगे। जैसे इसमें एक हीरोज़ नाम से एक आपको ऐप मिलेगा, गेम मिलेगा, उसमें आपको कुल मिला के 750 सवाल डाले गए हैं, 750 क्वेश्चंस, एंड आउट ऑफ those 750 क्वेश्चंस हैव बीन डिवाइडेड इनटू 75 सेगमेंट्स, यानी कि 10-10 क्वेश्चंस का एक सेट आएगा। जब आप वो 10 क्वेश्चन अटेम्प्ट करते हैं और आप उसमें से 6 का जवाब ठीक दे देते हैं तो आपको एक आज़ादी सिल्वर कार्ड मिलेगा। वो ऑनलाइन है सब कुछ। इस तरह से युवा वर्ग की एक रुचि बनेगी कि मेरे पास कितने कार्ड हो गए। ਰਜਿੰਦਰ ਚੌਧਰੀ ਨੇ ਕਿਹਾ ਕਿ ਆਜ਼ਾਦੀ ਕੁਐਸਟ ਆਨਲਾਈਨ ਗੇਮਰਸ ਦੇ ਵੱਡੇ ਬਾਜ਼ਾਰ ਵਿੱਚ ਸ਼ਾਮਲ ਹੋਣ ਦਾ ਇੱਕ ਯਤਨ ਹੈ ਕਿਉਂਕਿ 2021 ਵਿੱਚ ਹੀ ਗੇਮਿੰਗ ਸੈਕਟਰ ਵਿੱਚ 28% ਦਾ ਵਾਧਾ ਹੋਇਆ ਹੈ ਅਤੇ 2023 ਤੱਕ ਅਜਿਹੇ ਗੇਮਰਸ ਦੀ ਗਿਣਤੀ 45 ਕਰੋੜ ਤੱਕ ਪੁੱਜਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਕੁਐਸਟ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਬਾਰੇ ਗੇਮਰਸ ਨੂੰ ਜਾਗਰੂਕ ਕਰਨ ਲਈ ਸਰਕਾਰ ਦੇ ਸਭ ਤੋਂ ਉੱਤਮ ਕਦਮਾਂ ਵਿੱਚੋਂ ਇੱਕ ਹੋਵੇਗਾ। इस दौरान भारत सरकार के सूचना ते प्रसारण मंत्रालय वालों आज़ादी का अमृत महोत्सव की थीम ते अमृतसर के BBK DAV कॉलेज फॉर वूमेन विच लगाई गई प्रदर्शनी के अज दूजे दिन PIB चंडीगढ़ के ADG रजिंदर चौधरी ने मुख मेहमान वजों शिरकत की।
इस प्रदर्शनी विच पेंटिंग ते लेख मुकाबले करवाए गए, जिस विच विद्यार्थियों ने वध चढ़ के हिस्सा लिया। कॉलेज के कलाकारां ते विद्यार्थियों ने देश भगती की थीम ते आधारित शानदार सभ्याचारक प्रोग्राम पेश किया। वख-वख मुकाबलियां दे जेतुआं नूं इनाम दे के सन्मानित किया गया। अपने संबोधन विच रजिंदर चौधरी ने कहा कि अजिहे प्रोग्राम नवीं पीढ़ी नूं सेहत देण विच मदद करदे ने। मंत्रालय तहत केंद्रीय संचार ब्यूरो के FPO गुरमीत सिंह भी समागम विच हाज़र सन। भारतीय जनता पार्टी पंजाब के बुलारे अनिल सरीन ने कहा है कि सरहदी इलाकों में गैर कानूनी खनन संबंधी पंजाब ते हरियाणा हाईकोर्ट वालों दिते गए हुक्म की पार्टी शलाघा करती है। लुधियाना तो जारी एक बयान में उन्होंने कहा कि यह मामला कौमी सुरक्षा नाल जुड़िया होया है और गैर कानूनी खनन राही देश की सुरक्षा नूं खतरे विच पाया जा रहा है। पार्टी पंजाब एंड हरियाणा हाईकोर्ट द्वारा इलीगल माइनिंग्स जिहड़ी कि बॉर्डर के नाल इलाके चल रही सी, उस जो आदेश आए ने उसका स्वागत करती है। ये राष्ट्रीय सुरक्षा का प्रश्न है कि बॉर्डर के नाल इलीगल माइनिंग हो रही है, देश की सुरक्षा को खतरे च पाया जा रहा है। रेलवे ट्रैक्स के जोड़े पुल है ने उन्होंने पिलर्स के नाल इलीगल माइनिंग की जा रही है। असीं देखिया पठानकोट जोगिंद्रनगर की रेलवे लाइन को क्षति पहुंची है। इस तरीके सड़की आवाजाही के जोड़े पिलर्स है ने उन्होंने भी नुकसान पहुंचाया जा रहा है। क्या कोई सोची सोची साजिश का नतीजा तो नहीं है? साडी सरकारां सुत्तियां पईयां ने, चाहे पंजाब की आम आदमी पार्टी की सरकार होए, चाहे उस तो पहला कांग्रेस सरकार होए, इन्हां सारियां ने देश की सुरक्षा दे नाल खिलवाड़ कीता। भारतीय जनता पार्टी पंजाब के सीनियर नेता ते साबका मंत्री मनोरंजन कालिया ने पंजाब स्पोर्ट्स मैगा इवेंट लई गलत नामकरण की चोण लई आम आदमी पार्टी सरकार की निंदा की है। जलंधर तो आज जारी एक बयान में उन्होंने कहा कि इन्हां खेडां दा नां खेडां वतन पंजाब दियां रखा गया है, जबकि वतन शब्द का मतलब देश या मुल्क है। उन्होंने कहा कि इन्हां खेडां दे इस नां नाल नौजवानों विच एक गलत सुनेहा गया है। मनोरंजन कालिया ने कहा कि मुख्यमंत्री भगवंत मान नूं इस गंभीर मुद्दे नूं देखना चाहिए है अते नां बदलना चाहिए है। श्रोमणी अकाली दल का एक वफद कल 31 अगस्त को चंडीगढ़ में राजपाल बनवारी लाल पुरोहित नाल मुलाकात करेगा। पार्टी के आगू दिलजीत सिंह चीमा ने एक ट्वीट में जानकारी दी है। उन्होंने कहा कि इस दौरान पंजाब आबकारी नीति में गंभीर बेनियमियां समेत कई होर अहम मुद्दों पर चर्चा की जाएगी। इस वफद की अगवाई पार्टी प्रधान सुखबीर सिंह बादल करेंगे। वफद वालों आबकारी नीति की जांच की मंग की जाएगी। श्रोमणी गुरुद्वारा प्रबंधक कमेटी के प्रधान हरजिंदर सिंह धामी ने श्री दरबार साहिब विखे संगतां नूं जानकारी मुहैया कराउण लई विशेष तौर पर तैयार सहायता केंद्र का अज अरदास मगरों उद्घाटन किया। यह केंद्र श्री दरबार साहिब के बाहर प्लाजा विखे बनाया गया है। उन्होंने कहा कि इत्थे तैनात कर्मचारी देश विदेश तो आउण वालियां संगतां नूं श्री दरबार साहिब के इतिहास के नाल-नाल वख-वख स्थानां, लंगर श्री गुरु रामदास जी और रिहायशी निवासां बारे जानकारी देंगे। हरजिंदर सिंह धामी ने कहा कि पंजाब विच बाहर तो आउण वाली संगत नूं कई बार जानकारी ना होने कारण मुश्किल होंदी है ते इस नूं देखदियां ही इस सहायता केंद्र स्थापित किया गया है। इस दौरान श्रोमणी गुरुद्वारा प्रबंधक कमेटी के साबका प्रधान किरपाल सिंह बडूंगर ने सिखां दे करवाए जा रहे जबरी धर्म परिवर्तन की निखेधी की है। पटियाला तो आज जारी एक बयान में उन्होंने कहा कि इस मामले नूं लैके सुचेत रहने की लोड़ है और समुचियां धार्मिक जथेबंदियां ते सिख संप्रदावां नूं इस मामले ते ध्यान रखना चाहिए है। उन्होंने स्पष्ट किया कि पंजाब की धरती ते जबरी धर्म परिवर्तन करवाए जाण नूं किसी भी कीमत ते बर्दाश्त नहीं किया जाएगा। खबरां दे बुलेटिन साडी दर्शक RNU DD के जलंधर दे YouTube चैनल, फेसबुक पेज अते ट्विटर हैंडल ते भी वेख सकदे ने। ते बुलेटिन दे अखीर विच चुणवीआं खबरां एक बार फिर तो। जम्मू कश्मीर कांग्रेस के 64 आगुआं ने गुलाम नबी आजाद के हक विच दिते अस्तीफे। प्रधानमंत्री नाल मुलाकात दौरान साबका मुख्यमंत्री कैप्टन अमरिंदर सिंह ने पंजाब नाल जुड़े कई अहम मुद्दों ते कीती चर्चा। पटियाला जिले के 4 होर खेतर अफ्रीकन स्वाइन फीवर नाल प्रभावित जोन ऐलाने गए। ते पंजाब सरकार की आबकारी नीति की जांच की मंग नूं लैके श्रोमणी अकाली दल का वफद कल चंडीगढ़ विच राजपाल नाल करेगा मुलाकात। ते नाल ही खबरां दा बुलेटिन खत्म होया। इजाजत दिओ, नमस्कार।